ਜੈਮ ਟੀਵੀ ਵੇਖ ਰਹੇ ਸਾਰੇ ਦਰਸ਼ਕ ਸਾਹਿਬਾਨ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਅੱਜ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਹੈ। ਇਸ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕਬਾਦ। ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਦਾ ਇੱਕ ਖਾਸ ਮਕਸਦ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਾਸਾਨੀ ਜ਼ਿੰਦਗੀ ਦੇ ਕੁਝ ਉਹਨਾਂ ਪੱਖਾਂ ਨੂੰ ਉਜਾਗਰ ਕਰਨਾ ਜਿਨ੍ਹਾਂ ਬਾਰੇ ਆਮ ਤੌਰ 'ਤੇ ਬਹੁਤ ਘੱਟ ਜ਼ਿਕਰ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਇੱਕ ਅਹਿਮ ਪੱਖ ਦੀ, ਇੱਕ ਉਹਨਾਂ ਦੀ ਮਹਾਨ ਦੇਣ ਦੀ, ਕਿ ਸੱਤਾ ਦੇ ਜਿਸ ਵਿਕੇਂਦਰੀਕਰਨ ਦੀ ਗੱਲ ਅੱਜ ਸੰਸਾਰ 'ਚ ਕੀਤੀ ਜਾਂਦੀ ਹੈ, ਯਾਨੀ ਪਾਵਰ ਟੂ ਦਾ ਪੀਪਲ, ਲੋਕਾਂ ਨੂੰ ਸ਼ਕਤੀ ਦੇਣੀ, ਤਾਕਤ ਦੇਣੀ, ਇਸ ਦਾ ਆਗਾਜ਼, ਇਸ ਦੀ ਆਰੰਭਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਹੈ ਔਰ ਸੰਸਾਰ ਵਿੱਚ ਲਾਸਾਨੀ ਕਾਰਜ ਉਹਨਾਂ ਨੇ ਕੀਤਾ। ਗੁਰੂ ਅਤੇ ਸਿੱਖ ਵਿਚਾਲੇ ਫਰਕ ਨੂੰ ਉਹਨਾਂ ਨੇ ਮੇਟ ਦਿੱਤਾ। ਤਾਂ ਹੀ ਭਾਈ ਗੁਰਦਾਸ ਸਿੰਘ ਨੇ ਲਿਖਿਆ ਨਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਦੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ, ਮੈਨੂੰ ਅੰਮ੍ਰਿਤ ਦੀ ਦਾਤ ਤੁਸੀਂ ਦਿੱਤੀ ਹੈ, ਮੈਂ ਤੁਹਾਡਾ ਧੰਨਵਾਦੀ ਹਾਂ ਔਰ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਕਿਸੇ ਵੀ ਸਥਾਨ 'ਤੇ ਕਿਸੇ ਵੀ ਸਥਿਤੀ ਵਿੱਚ ਤੁਸੀਂ ਮੈਨੂੰ ਹੁਕਮ ਕਰੋਗੇ ਅਤੇ ਮੈਂ ਉਸ ਨੂੰ ਮੰਨਾਂਗਾ। ਅਤੇ ਇਹ ਗੁਰੂ ਸਾਹਿਬ ਨੇ ਸਾਕਾਰ ਕਰ ਵਿਖਾਇਆ। ਚਮਕੌਰ ਦੀ ਜੰਗ ਸਮੇਂ ਜਦੋਂ ਕੁਝ 94 ਸਿੰਘ ਰਹਿ ਗਏ ਸਨ, ਉਹਨਾਂ ਨੇ ਗੁਰੂ ਸਾਹਿਬ ਨੂੰ ਉੱਥੋਂ ਚਲੇ ਜਾਣ ਲਈ ਆਖਿਆ ਅਤੇ ਗੁਰੂ ਸਾਹਿਬ ਨੇ ਖਾਲਸੇ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਛੱਡੀ, ਕਿਉਂਕਿ ਸਿੱਖਾਂ ਦਾ ਇਹ ਕਹਿਣਾ ਸੀ ਕਿ ਗੁਰੂ ਸਾਹਿਬ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ ਪੰਥ ਲਈ, ਕਿ ਆਪ ਰਹੋਗੇ ਅਤੇ ਪੰਥ ਵਧੇਗਾ। ਗੁਰੂ ਸਾਹਿਬ ਉੱਥੋਂ ਚਲੇ ਗਏ। ਇੱਕ ਬਹੁਤ ਵੱਡੀ ਦੇਣ ਹੈ ਗੁਰੂ ਸਾਹਿਬ ਦੀ ਕਿ ਸਿੱਖ ਅਤੇ ਗੁਰੂ ਵਿਚਾਲੇ ਫਰਕ ਨੂੰ ਗੁਰੂ ਸਾਹਿਬ ਨੇ ਮੇਟ ਦਿੱਤਾ ਔਰ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਪ੍ਰਚੰਡ ਕੀਤਾ। ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਜੇ ਪਾਵੇ ਦਰਗਾਹਾਂ। ਗੁਰੂ ਸਾਹਿਬ ਦੀ ਜ਼ਿੰਦਗੀ ਦਾ ਇੱਕ ਹੋਰ ਪੱਖ ਇਹ ਹੈ ਕਿ ਉਹ ਹਮੇਸ਼ਾ ਆਪਣੇ ਸਿੱਖਾਂ ਨੂੰ ਸਤਿਕਾਰ ਦਿੰਦੇ ਨੇ, ਉਹਨਾਂ ਨੂੰ ਪਿਆਰ ਕਰਦੇ ਨੇ ਔਰ ਸਾਰਾ ਕੁਝ ਉਹਨਾਂ ਨੂੰ ਆਪਣਾ ਸਮਰਪਿਤ ਕਰਦੇ ਨੇ। ਜਦੋਂ ਆਪ ਜੀ ਆਖਦੇ ਨੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਏ। ਉਹ ਆਪ ਆਖਦੇ ਨੇ ਕਿ ਜੋ ਕੁਝ ਵੀ ਉਹਨਾਂ ਨੇ ਪ੍ਰਾਪਤ ਕੀਤਾ ਹੈ ਉਹ ਸਾਰਾ ਇਹਨਾਂ ਸਿੱਖਾਂ ਦੀ ਬਦੌਲਤ ਹੈ, ਇਹਨਾਂ ਸਿੱਖਾਂ ਨੂੰ ਉਸ ਦਾ ਸਿਹਰਾ ਜਾਂਦਾ ਹੈ। ਇਹ ਗੁਰੂ ਸਾਹਿਬ ਦੀ ਜ਼ਿੰਦਗੀ ਦਾ ਹੋਰ ਪੱਖ ਹੈ, ਇਨਕਲਾਬੀ ਜਥੇਬੰਦਕ ਆਗੂ। ਹਿੰਦੁਸਤਾਨ ਦੀ ਗੈਰਤ ਜਿਹੜੀ ਬਿਲਕੁਲ ਆਖਰੀ ਸਾਹਾਂ 'ਤੇ ਸੀ, ਕੁਝ ਤਾਕਤਾਂ ਸਨ ਖਿੰਡਰੀਆਂ ਪੁੰਡਰੀਆਂ ਖਿਲਰੀਆਂ ਹੋਈਆਂ, ਉਹਨਾਂ ਨੂੰ ਗੁਰੂ ਸਾਹਿਬ ਨੇ ਮੁਨਜ਼ਮ ਕੀਤਾ, ਜਥੇਬੰਦ ਕੀਤਾ ਔਰ ਖਾਲਸੇ ਦੇ ਵਿੱਚ ਐਸੀ ਫੌਜ ਤਿਆਰ ਕੀਤੀ ਜਿਹੜੀ ਅਨਿਆਂ ਦੇ ਖਿਲਾਫ, ਜ਼ੁਲਮ ਦੇ ਖਿਲਾਫ, ਤਸ਼ੱਦਦ ਦੇ ਖਿਲਾਫ ਹਮੇਸ਼ਾ ਸੰਘਰਸ਼ ਕਰਦੀ ਰਹੀ ਹੈ ਔਰ ਅੱਗੋਂ ਤੋਂ ਵੀ ਕਰਦੀ ਰਹੇਗੀ। ਇਹ ਭਾਰਤੀ ਸਮਾਜ ਨੂੰ ਗੁਰੂ ਸਾਹਿਬ ਦੀ ਬਹੁਤ ਵੱਡੀ ਦੇਣ ਹੈ। ਇਸ ਦੇ ਨਾਲ ਨਾਲ ਅਸੀਂ ਜ਼ਿਕਰ ਕਰਾਂਗੇ ਗੁਰੂ ਸਾਹਿਬ ਦੇ ਇੱਕ ਹੋਰ ਅਲੌਕਿਕ ਪੱਖ ਦਾ, ਸੰਗੀਤਕ ਪੱਖ। ਗੁਰੂ ਸਾਹਿਬ ਜਿੱਥੇ ਉੱਚ ਕੋਟੀ ਦੇ ਸ਼ਾਇਰ ਸਨ, ਉਹਨਾਂ ਦੇ ਬਹੁਤ ਸਾਰੇ ਰਚਨਾਵਾਂ ਨੇ। ਬਹੁਤ ਘੱਟ ਲੋਕਾਂ ਨੂੰ ਇਹ ਜਾਣਕਾਰੀ ਹੈ, ਸੰਗਤਾਂ ਨੂੰ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਲੜਾਈਆਂ ਯੁੱਧਾਂ ਵਿੱਚ ਰੁੱਝੇ ਰਹਿਣ ਦੇ ਬਾਵਜੂਦ ਵੀ ਜਿੱਥੇ ਰਚਨਾਵਾਂ ਕਰਦੇ ਰਹੇ, ਉੱਥੇ ਉਹਨਾਂ ਨੂੰ ਗਾਇਨ ਕਰਦੇ ਰਹੇ। ਗੁਰੂ ਸਾਹਿਬ ਨੇ ਬਹੁਤ ਸਾਰੇ ਤਰਾਨੇ ਲਿਖੇ, ਬਹੁਤ ਸਾਰੀ ਬਾਣੀ ਨੂੰ ਗਾਇਆ ਔਰ ਜਿਹੜਾ ਤਾਊ ਸਾਜ਼ ਹੈ, ਮੋਰ ਪੰਖ ਵਾਲਾ ਗਜ਼ਨਾ ਵੱਜਦਾ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਭਾਰਤੀ ਸ਼ਾਸਤਰੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ। ਇਹ ਸਾਜ਼ ਉਹਨਾਂ ਨੇ ਈਜਾਦ ਕੀਤਾ, ਬਹੁਤ ਵੱਡੀ ਦੇਣ ਦਿੱਤੀ। ਅਤੇ ਮਿੱਤਰ ਪਿਆਰੇ ਨੂੰ ਹਾਲ ਮੌਜੂਦਾਂ ਦਾ ਕਹਿਣਾ ਜਿਹੜਾ ਉਹਦਾ ਸ਼ਬਦ ਹੈ, ਉੱਤੇ ਲਿਖਿਆ ਹੋਇਆ ਖਿਆਲ ਪਾਤਸ਼ਾਹੀ 10ਵੀਂ, ਯਾਨੀ ਇਹਨੂੰ ਖਿਆਲ ਅੰਗ ਵਿੱਚ ਗਾਉਣਾ ਹੈ। ਇਹ ਗੁਰੂ ਸਾਹਿਬ ਦੀ ਕੀਰਤਨ ਨੂੰ ਉਹਨਾਂ ਨੇ ਉੱਥੇ ਵੀ ਜਾਰੀ ਰੱਖਿਆ ਜਦੋਂ ਸਰਸੇ ਨਦੀ 'ਤੇ ਜੰਗ ਜਾਰੀ ਸੀ। ਗੁਰੂ ਸਾਹਿਬ ਨੇ ਕਿਹਾ ਆਸਾ ਕੀ ਵਾਰ ਦਾ ਕੀਰਤਨ ਹੋਏਗਾ, ਜੰਗ ਵੀ ਚੱਲਦਾ ਰਹੇਗਾ। ਇਹ ਹੈ ਸੰਗੀਤ ਨਾਲ ਉਹਨਾਂ ਦਾ ਪਿਆਰ। ਗੁਰੂ ਸਾਹਿਬ ਦੀ ਕਲਮ ਇੰਨੀ ਪੁਰਜ਼ੋਰ ਕਲਮ ਸੀ, ਇੰਨੀ ਤਾਕਤਵਰ ਕਲਮ ਸੀ ਕਿ ਉਸ ਕਲਮ ਨੇ ਜਦੋਂ ਜ਼ਫਰਨਾਮਾ ਲਿਖਿਆ, ਫਤਿਹ ਦੀ ਚਿੱਠੀ, ਇਹ ਫਾਰਸੀ 'ਚ ਗੁਰੂ ਸਾਹਿਬ ਦੀ ਮਹਾਨ ਅਤੇ ਲਾਸਾਨੀ ਰਚਨਾ ਹੈ ਜ਼ਫਰਨਾਮਾ, ਜਿਹੜਾ ਗੁਰੂ ਸਾਹਿਬ ਨੇ ਦੀਨਾ ਕਾਂਗੜ ਮਾਲਵੇ ਤੋਂ ਔਰੰਗਜ਼ੇਬ ਨੂੰ ਲਿਖਿਆ। ਦੇਖੋ ਕਿੱਡੀ ਇੱਕ ਗੁਰੂ ਸਾਹਿਬ ਦੀ ਫਰਾਖ ਦਿਲੀ ਹੈ, ਖੁੱਲ੍ਹ ਦਿਲੀ ਹੈ। ਉਹਨਾਂ ਦਾ ਸੁਭਾਅ ਦਾ ਵਿਲੱਖਣ ਪੱਖ ਹੈ ਕਿ ਉਹਨਾਂ ਨੇ ਉਸ ਚਿੱਠੀ ਵਿੱਚ ਪਹਿਲਾਂ ਔਰੰਗਜ਼ੇਬ ਦੀਆਂ ਖੂਬੀਆਂ, ਕਿ ਤੂੰ ਸਾਦਾ ਜ਼ਿੰਦਗੀ ਬਤੀਤ ਕਰਦਾ, ਤੂੰ ਪੈਸਾ ਫਜ਼ੂਲ ਨਹੀਂ ਖਰਚ ਕਰਦਾ, ਤੂੰ ਨਮਾਜ਼ੀ ਹੈ, ਤੂੰ ਖੁਦਾ ਨੂੰ ਮੰਨਦਾ ਹੈ, ਉਹਦੀ ਸਿਫਤ ਵੀ ਕੀਤੀ ਹੈ। ਪਰ ਅੱਗੋਂ ਜਾ ਕੇ ਜੋ ਉਹਨੇ ਜ਼ਿਆਦਤੀਆਂ ਕੀਤੀਆਂ ਜਾਂ ਉਹਦੇ ਤੋਂ ਕਰਵਾਈਆਂ ਗਈਆਂ, ਉਹਨਾਂ ਨੂੰ ਜਿਸ ਬੇਬਾਕੀ ਨਾਲ ਗੁਰੂ ਸਾਹਿਬ ਨੇ ਆਪਣੀ ਕਲਮ ਰਾਹੀਂ ਲਿਖਿਆ, ਉਸ ਖਤ ਨੂੰ ਜਦੋਂ
औरंगजेब पढ़िया तो पढ़ के वो अंदरों हिल गया, हज़ारों हज़ार रोया और उन्हें गुरु साहब नूं फौरन ये सुनिया भेजा कि मैं आप जी नूं मिल के मुआफ़ी मंगनी चाहुंदा। काश कि गुरु साहब औरंगजेब की मुलाकात हो जाती, औरंगजेब रस्ते विच ही दम तोड़ गया, लिहाजा गुरु साहब नाल उसकी मीटिंग, उनकी मुलाकात उसकी ना हो सकी। ये है गुरु साहब की पुरजोर कलम की ताकत। कलगीधर पातशाह की जिंदगी का एक होर पक्ष तुहाडे नाल उजागर करना चाहांगा, बड़ा जरूरी है। उन्हां दी लड़ाई किसी एक फिरके के खिलाफ नहीं सी, जुल्म के खिलाफ सी। जिहड़ा भी जुल्म करदा उहदे खिलाफ उन्होंने संघर्ष करना ही सी। गुरु साहब की दृष्टि नज़र कितनी पारखू सी, उन्हां दी अख कितनी पारखू सी, कितनी दूर असी सोच सी कि जुल्म के खिलाफ लड़न लई परलोक गमन करन तो पहलां उन्होंने नंदेड़ विच बंदा बैरागी, माधोदास बैरागी जिहदा नाम सी पहलां, बाद विच बाबा बंदा सिंह बहादुर नाम उन्हां दा रखिया गया। उस बंदा सिंह बहादुर ने बंदा लोहे का सुहागा बना गया। बंदा बहादुर ने फिर वो आके जालमां दा सौदा लाया कि साहबजादियां दी, छोटे साहबजादियां दी शहादत का बदला लिया, सरहद की इट नाल इट वजाई ते खालसा राज कायम किया। तो किसानी नाल फिर गल जुड़ती है। अगर किसी ने सब तो पहला भारत देश विच किसानां नूं, वाहीकारां नूं, हड़ वाहकां नूं ਜ਼ਮੀਨ की मालकी के पटे दिते, हक दिते, ਜ਼ਮੀਨ उन्होंने दे नां कीती, ते बाबा बंदा सिंह बहादुर जिहड़ा थोड़ चिड़ा राज सी वो ये महान कार्ज कर गए, जिहदे लई हमेशा उन्होंने याद रखा जाएगा। और पिछे सोच ते प्रेरणा श्री गुरु गोबिंद सिंह साहब महाराज दी सी कि आम लोगों के नाल खड़ना है ते आम लोगों की तिर बनना है। गुरु साहब दी सिक्ख्यावां दी करामात अज भी असीं वेख रहे हैं। आ दिल्ली विच पिछले 1.5 महीने तो ज़्यादा समा हो गया किसानों का अंदोलन चल रहा है। सारे देश के सांतरां तो किसान इकट्ठे हुए ने संघर्ष करने अपने हकों लई, अपने अधिकारां लई, 3 कानूनों नूं रद्द करवाउण लई। इहदे पिछे भी गुरु साहब की अन्याय के खिलाफ जूझण की शक्ति कम करती है, प्रेरणा कम करती है। और उत्थे मनते हैं बाकी स्टेटां तो आए लोग भी कि सानू गुरु गोबिंद सिंह साहब जी का संदेश है, उहदे तो शक्ति ते प्रेरणा मिली है। असी खालसे नूं विचरदे देखिआ, उत्थे ढाडी जदों वारां गाउंदे ने ते बड़ी रीझ नाल लोग सुणदे ने। बहुत वड्डी गुरु साहब की देन है जिहड़ी हमेशा लोकां लई प्रेरणा का स्रोत बनी रहेगी और लोग संघर्ष लई जूझदे रहणगे, अन्याय के खिलाफ आवाज़ उठाउंदे रहणगे। गुरु साहब ने गरीबां नूं, दलितां नूं, लिताड़ियां नूं, निमाणियां नूं सरदारियां बख्शियां, जिन्हां नूं लोग कथित तौर पर नीच आखदे सन। गुरु साहब ने कहा, इन्हीं को सरदार बनाऊँ तबे गोबिंद सिंह नाम कहूँ। सिख परिवार में पैदा होने के नाल ही जे मेल है तो सरदार, तो जे फीमेल है तो कौर। यानी कौर का मतलब प्रिंसस, राजकुमारी, शहजादी, तो सरदार का मतलब शहजादा। ये गुरु साहब की बख्शिश है। सानू गुरु साहब का ऋणी होना चाहिए इस गल लई कि उन्होंने सानू सरदारियां बख्शियां। तो जिहड़ा सिंह लफ्ज़ वरतिया उन्होंने सानू सिंह कहा, उसका मतलब है शेर। चिड़ियां नूं बाज़ां नाल लड़न दे समर्थ बना दिता। यानी इन्नी ताकत भर दी गुरु साहब ने उन्हां जन सधारण लोकां विच जिहड़े विचारे डरदे सन। और ये आखदे सन, किसी शायर ने लिखा है कि चिड़ी उड़ी डर से मर जाएं, मुगरन से कैसे लड़ पाएँ। गुरु साहब ने उन्होंने सरदार बना दिता, सिंह बना दिता, सूरवीर बना दिता, शेर बना दिता। और दहाड़दे हुए वो ਜ਼ਾਲਮ फौजां नाल टक्कर लेंदे रहे। तो फैसला कुन जंग जिहड़ी मुकतसर साहब हुई, उस विच मुगलिया फौज नूं बड़ी करारी शिकस्त हुई और गुरु साहब दे जिहड़े पैरोकार सन, गुरु साहब का खालसा सी, उसने जित दे जयकारे छड्डे। इस तरह गुरु साहब का जिहड़ा जीवन है वो एक निराला जीवन है। इस तो बहुत कुछ सीखण की लोड़ है। गुरु साहब ने जिहड़ा संदेश दिता भाईचारक सांझ का, एक धर्म निरपक्षता का, सैकुलर सोच का जिहड़ा संदेश दिता, उसकी मिसाल मैं देनी चाहुंदा। गुरु साहब कहते हैं, हिंदू तुर्क कोई राफजी इमाम साफी, मानस की जात सभ्य एक पहचान वो। ते नाले भी कहते हैं कि उन्होंने सारे संसार में वख-वख जगह तो आए विद्वानां नाल बैठकां कीतियां, विचार चर्चा की, विचार मंथन किया, आप भी सोचा समझिया
ਤੇ ਅਖੀਰ ਇੱਕ ਸਿੱਟਾ ਕੱਢਿਆ ਜੋ ਸਾਨੂੰ ਉਹ ਨਿਚੋੜ ਦੇ ਗਏ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਇਨਸਾਨਾਂ ਨਾਲ ਮੁਹੱਬਤ ਨਹੀਂ ਕੀਤੀ ਉਹ ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਬਹੁਤ ਨਰਮ ਦਿਲ, ਬਹੁਤ ਖੁੱਲ੍ਹੇ ਵਿਚਾਰਾਂ ਦੇ, ਹਰ ਧਰਮ ਦੇ ਲੋਕ ਉਹਨਾਂ ਦੇ ਪੈਰੋਕਾਰ ਸਨ, ਜਿਹਨਾਂ ਵਿੱਚ ਮੁਸਲਮਾਨ, ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ, ਸੈਦ ਖਾਂ ਵਰਗੇ ਲੋਕ ਵੀ ਸ਼ਾਮਲ ਸਨ। ਭਾਈ ਕਨਈਆ ਜੀ ਹਿੰਦੂ ਪਰਿਵਾਰ 'ਚੋਂ ਸਨ। ਦੀਵਾਨ ਨੰਦ ਲਾਲ ਹਿੰਦੂ ਪਰਿਵਾਰ 'ਚੋਂ ਸਨ, ਜਿਹੜੇ ਗੁਰੂ ਸਾਹਿਬ ਦੇ 52 ਕਵੀਆਂ ਦੇ ਸਰਤਾਜ ਕਵੀ ਸਨ। ਬਹੁਤ ਫਾਰਸੀ ਦੀ ਰਚਨਾ ਉਹਨਾਂ ਨੇ ਕੀਤੀ ਹੈ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕ ਵੱਡੀ ਦੇਣ ਇਹ ਹੈ ਕਿ ਉਹਨਾਂ ਨੇ ਸਮੁੱਚੀ ਮਨੁੱਖਤਾ ਨੂੰ ਸਿਹਤਮੰਦ ਹੋਣ ਦਾ ਜੋ ਗੁਰ ਦੱਸਿਆ ਹੈ, ਜੋ ਤਰੀਕਾ ਸਮਝਾਇਆ ਹੈ, ਅਗਰ ਦੁਨੀਆ ਉਸ 'ਤੇ ਅਮਲ ਕਰੇ ਤਾਂ ਸਾਰੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ ਦੁਨੀਆ ਮੁਕਤ ਹੋ ਸਕਦੀ ਹੈ। ਅਲਪ ਆਹਾਰ ਸੁਲਭ ਸਿਲਿੰਦਰਾ, ਥੋੜ੍ਹਾ ਖਾਣਾ ਅਤੇ ਥੋੜ੍ਹਾ ਸੋਣਾ। ਅਤੇ ਗੁਰੂ ਸਾਹਿਬ ਕਹਿੰਦੇ ਨੇ ਜੇ ਇਹਦੇ 'ਤੇ ਅਮਲ ਕੀਤਾ ਜਾਵੇ ਫਿਰ ਕੀ ਹੋਵੇਗਾ? ਸਦਾ ਰਹੇ ਕੰਚਨ ਸੀ ਕਾਇਆ, ਫਿਰ ਤੇਰੀ ਸ਼ੁੱਧ ਸੋਨੇ ਵਰਗੀ ਕਾਇਆ ਰਹੇਗੀ ਔਰ ਤੇਰੇ ਰੋਗ ਨੇੜੇ ਵੀ ਨਹੀਂ ਆਵੇਗਾ, ਨਾ ਮਾਨਸਿਕ ਨਾ ਸਰੀਰਕ। ਤੋ ਐਸੀ ਅਜ਼ੀਮ ਸ਼ਖਸੀਅਤ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਅਤੇ ਇਹ ਅਜ਼ਮ ਕਰੀਏ ਕਿ ਗੁਰੂ ਸਾਹਿਬ ਨੇ ਅੰਤਿਮ ਸਮੇਂ ਜੋ 3 ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ, ਹੁਕਮ ਕੀਤੇ, ਉਹਨਾਂ 'ਤੇ ਅਸੀਂ ਚੱਲਣ ਦਾ ਪ੍ਰਣ ਕਰੀਏ। ਅੱਜ ਦੇ ਦਿਨ, ਅੱਜ ਗੁਰਪੁਰਬ ਦੇ ਸੁਭਾਗੇ ਮੌਕੇ 'ਤੇ ਕਿ ਦੀਦਾਰ ਖਾਲਸੇ ਕਾ, ਪਰਚਾ ਸ਼ਬਦ ਕਾ, ਅਮਲ ਪ੍ਰਸ਼ਾਦੇ ਕਾ, ਇਹ ਤਿੰਨੇ ਚੀਜ਼ਾਂ ਯਾਦ ਰੱਖੀਏ, ਹਮੇਸ਼ਾ ਇਹਨਾਂ 'ਤੇ ਅਮਲ ਕਰੀਏ ਔਰ ਇੱਕ ਐਸੇ ਸਮਾਜ ਦੀ ਸਿਰਜਣਾ ਲਈ ਲੱਕ ਬੰਨ੍ਹ ਕੇ ਕੰਮ ਕਰੀਏ ਜਿਸ ਖੇਤਰ 'ਚ ਵੀ ਆਪਾਂ ਹਾਂ, ਜਿਹਦੀ ਕਲਪਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਸੀ, ਜਿਹੜਾ ਉਹਨਾਂ ਨੇ ਸੋਚਿਆ ਸੀ। ਅੰਤ ਵਿੱਚ ਇੱਕ ਵਾਰੀ ਫੇਰ ਜੈਮ TV ਦੇ ਸਾਰੇ ਦਰਸ਼ਕਾਂ ਨੂੰ ਵਧਾਈ ਦਿੰਦੇ ਹੋਏ ਅੱਲਾ ਯਾਰ ਖਾਂ ਜੋਗੀ ਦੀ ਕਲਮ ਦੀ ਇਸ ਰਚਨਾ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ, ਐਪੀਸੋਡ ਨੂੰ ਸਮਾਪਤ ਕਰਦੇ ਹਾਂ। ਕਰਤਾਰ ਕੀ ਸੌਗੰਧ ਹੈ, करतार की सौगंध है, अल्लाह की कसम है, जितनी भी हो गोबिंद की तारीफ वो कम है। गुरु गोबिंद सिंह साहब ਨੂੰ ਸਜਦਾ ਕਰਦੇ ਹੋਏ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਵੇਖਣ ਲਈ ਅਤੇ ਆਪਣੀ ਰਾਏ ਨਾਲ ਪ੍ਰੋਗਰਾਮ ਬਾਰੇ ਜੋ ਤੁਹਾਡੀ ਰਾਏ ਹੈ ਸਾਨੂੰ ਜ਼ਰੂਰ ਨਵਾਜ਼ਿਓ। ਸਾਨੂੰ ਤੁਹਾਡੀ ਰਾਏ ਦਾ ਇੰਤਜ਼ਾਰ ਰਹਿੰਦਾ ਹੈ। ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।